स्टूडेंट्स क्लास 8th ਦੇ ਮੈਥ ਸਬਜੈਕਟ ਨਾਲ ਰਿਲੇਟਡ ਸੈਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੇ ਸਟੂਡੈਂਟਸ ਐਕਸਰਸਾਈਜ਼ 10.1 ਤੇ ਜੋ ਲਾਸਟ 6th ਸਮ 7th ਸਮ ਤੇ 8th ਸਮ ਸਾਡੇ ਰਹਿ ਗਏ ਸੀਗੇ, ਅੱਜ ਅਸੀਂ ਉਹ ਵੀ ਕਵਰ ਕਰ ਲੈਣੇ ਨੇ। ਓਕੇ, तो ਇਹ ਵਿੱਚੋਂ ਜਿਹੜੇ ਸਮ ਹਨ ਇਹਦੇ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ ਹੈ। ਦੇਖੋ 4th ਤੇ 5th ਅਸੀਂ ਆਲਰੇਡੀ ਕਰ ਚੁੱਕੇ ਹਾਂ ਤੇ ਅੱਜ ਦਾ ਜਿਹੜਾ ਸਾਡਾ ਸੈਸ਼ਨ ਰਹੇਗਾ ਇਸ ਵਿੱਚ ਅਸੀਂ ਸਮ ਨੰਬਰ 6th ਜਿਹੜਾ ਹੈ ਉਹ ਕਰਨ ਜਾ ਰਹੇ ਹਾਂ। तो 6th ਸਮ ਤੁਹਾਡੀ ਸਕਰੀਨ ਦੇ ਉੱਪਰ ਹੀ ਫਲੈਸ਼ ਹੋ ਰਿਹਾ, ਜਿਸ ਵਿੱਚ ਕੀ ਹੈ 5/6 ਰੇਜ਼ ਟੂ ਪਾਵਰ ਕਿੰਨੀ ਹੈ ਦੇਖੋ 7 ਇੰਟੂ 6/5 ਰੇਜ਼ ਟੂ ਪਾਵਰ ਕਿੰਨੀ ਹੈ ਇਹਦੇ ਵਿੱਚ 3। ਠੀਕ ਹੈ, तो ਇਹਨੂੰ ਦੇਖ ਕੇ ਘਬਰਾ ਨਹੀਂ ਜਾਣਾ ਕਿ 5 ਨੂੰ 7 ਵਾਰ ਮਲਟੀਪਲਾਈ ਕਰਨੀ ਪੈਗੀ। नो ਬੱਚੋ, ਇੱਥੇ ਅਸੀਂ ਇਦਾਂ ਨਹੀਂ ਕਰਨਾ। ਅਸੀਂ ਕੀ ਕਰਨਾ ਹੈ, ਪਹਿਲਾਂ 5 ਦੀ ਪਾਵਰ 7 ਅਲੱਗ ਲਿਖ ਲੈਣੀ ਹੈ ਤੇ 6 ਦੀ ਪਾਵਰ ਜਿਹੜੀ ਹੈ ਉਹ 7 ਅਲੱਗ ਲਿਖ ਲੈਣੀ ਹੈ। ਠੀਕ ਹੈ, ਫਿਰ ਅਸੀਂ ਮਲਟੀਪਲਾਈ ਦਾ ਸਾਈਨ ਪਾਵਾਂਗੇ। ਉਸ ਤੋਂ ਬਾਅਦ ਅਗੇਨ 6 ਦੀ ਪਾਵਰ 3 ਅਲੱਗ ਲਿਖ ਲੈਣੀ ਹੈ ਤੇ 5 ਦੀ ਪਾਵਰ ਜਿਹੜੀ ਹੈ 3 ਉਹ ਅਲੱਗ ਲਿਖ ਲੈਣੀ ਹੈ, ਕਿਉਂਕਿ ਸਾਨੂੰ ਪਤਾ ਹੈ ਕਿ a/b ਅਗਰ ਇਹਦੀ ਪਾਵਰ ਕਾਮਨ ਹੋਵੇ ਦੋਨਾਂ ਦੀ ਤਾਂ ਉਹ ਬੱਚੋ ਕੱਲੇ ਕੱਲੇ ਦੇ ਉੱਪਰ a ਦੀ ਪਾਵਰ m ਤੇ b ਰੇਜ਼ ਟੂ ਪਾਵਰ n ਜਿਹੜਾ ਹੈ m ਜਿਹੜਾ ਹੈ ਉਹ ਲਿਖਿਆ ਜਾ ਸਕਦਾ ਹੈ। ਠੀਕ ਹੈ, तो ਇਸ ਵਿੱਚ ਅਸੀਂ 5 ਰੇਜ਼ ਟੂ ਪਾਵਰ 7 ਨੂੰ ਅਲੱਗ ਕਰ ਦੇਣਾ। ਹੁਣ ਦੇਖੋ 5 ਵਾਲੀਆਂ ਜਿਹੜੀਆਂ ਟਰਮਸ ਹੈਗੀਆਂ ਉਹ ਅਲੱਗ ਕਰ ਲਓ ਔਰ 6 ਵਾਲੀਆਂ ਜਿਹੜੀਆਂ ਨੇ ਉਹ ਟਰਮਸ ਜਿਹੜੀਆਂ ਨੇ ਤੁਸੀਂ ਅਲੱਗ ਕਰ ਲੈਣੀਆਂ। ਠੀਕ ਹੈ, ਹੁਣ ਦੇਖੋ ਜਦੋਂ ਡਿਵੀਜ਼ਨ ਦਾ ਸਾਈਨ ਹੁੰਦਾ ਹੈ ਤੁਹਾਨੂੰ ਪਤਾ ਹੈ ਕਿ a ਰੇਜ਼ ਟੂ ਪਾਵਰ m ਤੇ ਇਹਦੀ a ਰੇਜ਼ ਟੂ ਪਾਵਰ n ਅਗਰ ਦੋਨਾਂ ਦੇ ਵਿੱਚ ਡਿਵਾਈਡ ਦਾ ਸਾਈਨ ਹੈ ਤਾਂ ਅਸੀਂ ਕੀ ਕਰਦੇ ਹਾਂ, ਪਾਵਰ ਨੂੰ ਮਾਈਨਸ ਕਰ ਦਿੰਦੇ ਹਾਂ। ਠੀਕ ਹੈ, ਚਾਹੇ ਅਸੀਂ ਨੀਚੇ ਲੈ ਕੇ ਆਉਣਾ ਹੋਵੇ ਪਾਵਰ ਨੂੰ, ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਕਿ ਅਗਰ ਤੁਸੀਂ ਇਹਨੂੰ 1 ਇਹ ਵਾਲੀ ਪਾਵਰ ਨੂੰ ਨੀਚੇ ਲੈ ਕੇ ਆਣਾ ਤਾਂ ਇਹ ਆ ਜਾਏਗਾ e ਰੇਜ਼ ਟੂ ਪਾਵਰ n ਮਾਈਨਸ m। ਠੀਕ ਹੈ, तो n ਵਿੱਚੋਂ m ਜਿਹੜਾ ਮਾਈਨਸ ਹੋ ਜਾਏਗਾ 1 ਅਗਰ ਲਿਖਣਾ ਹੈ। तो ਇਹਦੇ ਵਿੱਚ ਹੁਣ ਦੇਖੋ ਇੱਥੇ ਪਾਵਰ ਨੂੰ ਅਸੀਂ ਪੋਜ਼ਿਟਿਵ ਬਣਾਉਣ ਲਈ ਅਸੀਂ ਕੀ ਕਰਾਂਗੇ, 5 ਨੂੰ ਉੱਪਰ ਹੀ ਲਿਖਾਂਗੇ ਤਾਂ 7 ਵਿੱਚੋਂ 3 ਜਿਹੜਾ ਆ ਇਹ ਵਾਲੀ ਪਾਵਰ ਨੂੰ ਮਾਈਨਸ ਕਰ ਦਾਂਗੇ। ਸਿਮਿਲਰਲੀ 6 ਜਿਹੜਾ ਹੈਗਾ 6 ਦੀ ਪਾਵਰ ਇਹਨੂੰ ਬੱਚੋ ਨੀਚੇ ਕਿੱਦਾਂ ਲਿਖਣਾ ਹੈ, ਦੇਖੋ ਨੀਚੇ ਇਸ ਤਰੀਕੇ ਨਾਲ ਕਿ 7 ਨੂੰ ਤੁਸੀਂ ਨੀਚੇ ਲਿਖ ਦਿਓ। ਓਕੇ, ਤੇ ਇਹ ਵਾਲਾ 3 ਜਿਹੜਾ ਹੈਗਾ ਇਹਦੇ ਵਿੱਚੋਂ ਮਾਈਨਸ ਕਰ ਦਿਓ ਔਰ ਇਹ ਆਲਰੇਡੀ ਮਤਲਬ ਇਹਨੂੰ ਇੱਥੇ ਰਹਿਣ ਦੇਣਾ ਔਰ 6 ਰੇਜ਼ ਟੂ ਪਾਵਰ 3 ਜਿਹੜਾ ਹੈਗਾ ਉਹ ਨੀਚੇ ਆ ਜਾਏਗਾ। ਠੀਕ ਹੈ, 7 ਨੂੰ ਐਜ਼ ਇਟ ਇਜ਼ ਹੀ ਰਹਿਣ ਦੇਣਾ। तो 7 ਦੇ ਵਿੱਚੋਂ 3 ਮਾਈਨਸ ਕੀਤੇ ਤਾਂ ਬੱਚੋ ਤੁਹਾਨੂੰ ਪਤਾ ਹੈ 4 ਹੁੰਦੇ ਨੇ। ਇਹਦੀ 6 ਰੇਜ਼ ਟੂ ਪਾਵਰ 7 ਮਾਈਨਸ 3 ਇਹ ਵੀ 4 ਦੇ ਇਕੁਅਲ ਆਏਗਾ। ਠੀਕ ਹੈ, ਤਾਂ 5 ਗੁਣਾ 5 ਗੁਣਾ 5 ਗੁਣਾ 5 ਹੁਣ 4 ਵਾਰ ਇਹਦੀ ਮਲਟੀਪਲੀਕੇਸ਼ਨ ਕਰ ਦੇਣੀ ਹੈ 6 ਸਿਮਿਲਰਲੀ 6 ਇੰਟੂ 6 ਇੰਟੂ 6 ਇੰਟੂ 6। ਠੀਕ ਹੈ, तो ਇਹਦੀ ਜਦੋਂ ਮਲਟੀਪਲੀਕੇਸ਼ਨ ਕਰੂੰਗੇ ਮੇਰੇ ਕੋਲ ਹੁਣ ਇਹ ਵਾਲੀ ਜਗ੍ਹਾ ਬਚੀ ਹੈ, ਮੈਂ ਇੱਥੇ ਇਹਦਾ ਆਨਸਰ ਲਿਖ ਦੇਣਾ। तो बच्चों 5 5 25 25 5 125 ਤੇ 125 ਦੀ ਅੱਗੇ ਫਰਦਰ ਜਦੋਂ ਮਲਟੀਪਲਾਈ ਹੋਏਗੀ ਫਿਰ 5 ਦੇ ਨਾਲ ਤੋਂ 625 ਆਏਗਾ। ਠੀਕ ਹੈ, ਡਿਵਾਈਡ ਬਾय ਥੱਲੇ ਜਿਹੜਾ ਹੈਗਾ 6 ਜਗ੍ਹਾ 36 36 ਨੂੰ 6 ਨਾਲ ਮਲਟੀਪਲਾਈ ਕਰਦੇ ਹੋ ਤਾਂ 216 216 ਨੂੰ ਫਿਰ ਫਰਦਰ 6 ਨਾਲ ਮਲਟੀਪਲਾਈ ਕਰਦੇ ਹੋ ਤਾਂ ਸਟੂਡੈਂਟਸ ਇਹ 1296 ਜਿਹੜਾ ਆ ਇਹਦੀ ਵੈਲਿਊ ਆਏਗੀ। तो ਇਹਦਾ ਆਨਸਰ ਆਏਗਾ 625 ਬਟਾ 1296। ਠੀਕ ਹੈ, तो ਇਹ ਸਾਡਾ ਸਮ ਸੀਗਾ ਨੰਬਰ 6 ਦਾ ਫਸਟ ਪਾਰਟ। ਠੀਕ ਹੈ, ਹੁਣ ਅਸੀਂ ਕਰਨ ਜਾ ਰਹੇ ਹਾਂ ਵਿੱਚੋਂ ਨੈਕਸਟ ਜਿਹੜਾ ਸਾਡਾ ਕੁਐਸਚਨ ਹੋਏਗਾ ਇਹਦੇ ਵਿੱਚ ਹੀ ਹੈ। ਉਹ ਕੀ ਹੈ, ਉਹਨੂੰ ਮੈਂ ਇਦਾਂ ਕਰਦਾ ਇਹਦੀ ਮੈਂ ਵੈਲਿਊ ਇੱਕ ਵਾਰ ਇੱਥੇ ਲਿਖ ਦਿੰਦਾ ਫਿਰ ਇਹਨੂੰ ਸਿੰਪਲੀਫਾਈ ਅਸੀਂ ਕਰ ਲਾਂਗੇ। ਠੀਕ ਹੈ, ਕਿਉਂਕਿ ਥੋੜਾ ਲੈਂਥੀ ਹੋਏਗਾ ਇਸ ਕਰਕੇ ਇਹਨੂੰ ਸਾਰਾ ਹੀ ਲਿਖਣਾ ਪਏਗਾ। ਤਾਂ ਪਹਿਲਾਂ ਇੱਥੇ ਸਕੁਅਰ ਬ੍ਰੈਕਟ ਹੈ। ठीक है, 1/3 रेज टू पावर कितना है देखो 2। ठीक है, माइनस का साइन है अगे, फिर हैगा 1/2 रेज टू पावर कितना है बच्चों 3। उस तो बाद स्क्वायर ब्रैकेट क्लोज है, फिर डिवीजन का साइन है, फिर हैगा 1/4 रेज टू पावर कितना है अगेन 2। ठीक है, तो हुण मैं इनू इथों एलिमिनेट कर देना ते असी ये सम जिहड़ा हैगा वो करन जा रहे हैं। तो स्टूडेंट्स पावर जिहड़ियां ने इत्थे माइनस विच हन। ठीक है, पहली गल ये पावर जिहड़ियां ने माइनस विच हन सारियां दे विच ही। ठीक है, उत्थे दिखाई नहीं दे रहा सी बुक दे विच पावर जिहड़ियां ने माइनस विच आ। तो माइनस की पावर नूं असीं की कीता सी, याद होना तुहानूं, ਅਸੀਂ ਕੀ ਕਰੀਦਾ ਹਰ ਨੂੰ ਉੱਪਰ ਲੈ ਜੀਦਾ ਯਾਨੀ ਕਿ ਡਿਨੋਮੀਨੇਟਰ ਨੂੰ ਉੱਪਰ ਔਰ ਨਿਊਮਰੇਟਰ ਨੂੰ ਨੀਚੇ। तो 3/1 रेज टू पावर 2 ਇਹਨੂੰ ਪਾਵਰ ਨੂੰ ਆਪਾਂ ਈਵਨ ਬਣਾ ਲਿਆ, ਮਤਲਬ ਕਿ ਪੋਜ਼ਿਟਿਵ ਬਣਾ ਲਿਆ। ਠੀਕ ਹੈ, तो ਉਸ ਤੋਂ ਬਾਅਦ 2/1 ਇਹਦੀ ਪਾਵਰ ਜਿਹੜੀ ਆ ਉਹ ਅਗੇਨ 3 ਹੋ ਗਈ। ओके, ਤੇ ਇੱਥੇ डिवीजन ਦਾ साइन है तो ये ਵਿੱਚੋਂ 4 रेज टू पावर 2 आ जाएगा। ठीक है, 4 रेज टू पावर कितना आ जाएगा 2। ठीक है, तो मतलब 4/1 भी लिख सकते हो तुसी। तो ਇਹਦਾ मतलब मैं एक स्टेप 4 लिख देना 3 रेज टू पावर 2 माइनस 2 रेज टू पावर 3 स्क्वायर ब्रैकेट ਦੇ ਵਿੱਚ है, डिवीजन ਦਾ साइन है 4 रेज टू पावर कितना आ गया
2 हैगा इत्थे, ठीक है 4/2 यानी कि पॉजिटिव वैल्यू आ गई है, ठीक है। हुण 3 दिए किन्ने हुंदे ने 9 ते 2 दूनी 4 दूनी 8 3 बार मल्टीप्लाई हो गया 9 माइनस 8 आ गया इत्थे डिवीजन। उस तो बाद इत्थे आना 4 कितना हो जाएगा 2 आ जाएगा, ठीक है। 9 माइनस 8 कितना होंदा है बच्चों 1 डिवीजन का साइन आ गया, ठीक। हुण असीं की करना है डिवीजन नूं तुहानूं पता है मल्टीप्लाई जो चेंज करते हैं तो वैल्यू जिहड़ी है वो नीचे चले जाती है, ठीक है जी। तो ये आ गया 1/4 यानी कि 4 जो कि 16 1/16 जिहड़ा आंसर इहदा होएगा 1/16, ठीक है। सो ईजी सीगा, बस ये स्टैप तुसीं फॉलो करने ने, स्टैप फॉलो हो गया तो तुहाडा आराम नाल सम हो जाएगा, ठीक है। उस तो बाद हुण नैक्सट जिहड़ा सम है साडा वो हैगा 7th विच असीं सिंपलीफाई करना है, ओके। तो 7th सम जिहड़ा आ वो सिंपलीफिकेशन दा है, इहदी वैल्यू मैं इत्थे लिख दिंदा अगेन। ये वैल्यू जिहड़ी तुसीं अगर देख सकदे हो तां बच्चों इहदे विच की हैगा देखो 3 इत्थे -5 है, ठीक है, इंटू 10 -5 इंटू 25 डिवाइड बाय कितना आ जाएगा 5 -7, ठीक है, इंटू 6 -5, ठीक है। सो स्टूडेंट्स आओ ये सम जिहड़ा आ असीं करदे आ। तो इस विच देखो सब तो पहला तुसीं की करांगे इन्नियां पावर्स हैगियां, पहला तो 25 नूं भी तुसीं इस तरीके नाल लिख लो कि तुहाडी जिहड़ी पावर है पावर दे विच आ जाए। तो तुहानूं पता है कि 25 जिहड़ा है वो 5 दा स्केयर हुंदा है, तो 5/2 आपां इहनूं लिख सकदे आ डिवाइड बाय 5/7 इंटू 6/5, ठीक है। हुण की करना है, हुण सारियां पावर नूं ईवन जिहड़ियां ने पॉजिटिव बनाना है, तो पॉजिटिव बनाने लई आपां बच्चों की करांगे, पॉजिटिव बनाने लई असीं की है जिहड़ियां नैगेटिव वाली वैल्यू नूं उपर चेंज कर देना, ठीक है। तो 5/7 माइनस दे ने उपर चल जाएंगे प्लस दे हो गए, ठीक है। 6/5 ने माइनस दे ये भी उपर गए प्लस दे हो गए, ਤੇ ਉੱਪਰ 5/2 ਉਹ ਆਲਰੇਡੀ ਹੈਗਾ ਹੈ, ਠੀਕ ਹੈ। ਤੇ 3/5 ਨੂੰ ਨੀਚੇ ਲੈ ਆਉਣਾ ਹੈ, ਇਹਦੀ 10/5 ਨੂੰ ਉਹ ਵੀ ਨੀਚੇ ਅਸੀਂ ਲੈ ਆਉਣਾ ਹੈ, ਠੀਕ ਹੈ। ਓਕੇ 10/5, ਠੀਕ ਹੈ ਜੀ। ਸੋ ਹੁਣ ਕੀ ਕਰਾਂਗੇ 5/7 ਆ ਇੱਥੇ 2 ਆ, ਤਾਂ 5/7 + 2 ਕਿੰਨਾ ਹੋ ਗਿਆ 9, ਠੀਕ ਹੈ। 6/5 डिवाइड बाय 3/5 इंटू 10 ਨੂੰ ਆਪਾਂ ਕਿੱਦਾਂ ਲਿਖਾਂਗੇ 2 इंटू 5 ਇਹਦੀ ਪਾਵਰ ਕਿੰਨੀ ਹੈ 5 ਹੋਏਗੀ, ठीक है। ये थोड़ा जिहा ध्यान रखना ਹੁੰਦਾ, ਇਹਦੀ 6 ਨੂੰ ਜਿਹੜਾ ਹੈਗਾ ਉਹ ਵੀ ਅਸੀਂ ਇਸੇ ਤਰੀਕੇ ਨਾਲ ही करना है बच्चों, ठीक है। 6 ਨੂੰ ਵੀ मैं ਇੱਥੇ दोबारा लिख देना 6/5 है, मतलब ਇਹਨੂੰ ਸਿੰਪਲ ਕਰਨਾ ਹੈ, ਸਿੰਪਲੀਫਾਈ ਕਰਨਾ ਹੈ। तो 6 ਜਿਹੜਾ ਹੈਗਾ 3 इंटू 2 ਇਦਾਂ ਇਹਨੂੰ ਲਿਖ ਸਕਦੇ ਆ, ਇਹਦੀ ਪਾਵਰ ਜਿਹੜੀ ਆ 5 ਦੀ ਰਹੇਗੀ, ठीक है। ਹੁਣ ਦੇਖੋ ਇਹਨੂੰ ਬ੍ਰੇਕ ਕਰ ਲਓ 5/9 3/5 2/5, ठीक है। ਉਸ ਤੋਂ ਬਾਅਦ ਇਦਾਂ ਹੀ ਇਹਦੇ ਵਿੱਚ ਆ 3/5 ਆ ਗਿਆ, तो मैं दोबारा लिख देना 3/5, ठीक है। अगे 2/5, ओके इदां ही 5/5, ठीक है। आ देखो हुण 3/5 कट गया 2/5 दे नाल कट गया, बचिया की 5/9 5/5, ठीक है। तो 5 9 - 5 पावर जिहड़ियां ने देखो बेस सेम आ, पावर माइनस हो जानी क्योंकि डिवाइड का साइन है। तो 5/5 कितना हो गया 4, ठीक है। तो यदा मतलब हुण 5 नूं तुसीं 4 टाइम्स इत्थे मल्टीप्लाई कर देना है, तो तुहाडा लास्ट जिहड़ा आंसर होएगा 5 × 5 = 25 125 ते 125 50 625 तो 625 दे आंसर होएगा, ठीक है। सो ईजी सीगा सम, लेकिन थोड़ी कह लो ट्रिक हैगियां। तो ट्रिक यही है कि इहदे विच कुछ वैल्यूज जिहड़ियां ने वो तुसीं देख सकदे हो, वो वैल्यूज की हुंदियां ने मतलब टर्म्स ਨੂੰ ਜਿਹੜੇ ਫਾਰਮੂਲੇ ਦੇ ਅਕੋਰਡਿੰਗਲੀ ਆਪਾਂ ਸਪਲਿਟ ਕਰਨਾ ਹੁੰਦਾ, ਠੀਕ ਹੈ। ਫਾਰਮੂਲੇ ਅਕੋਰਡਿੰਗਲੀ ਸਪਲਿਟ ਕਰਕੇ ਤੁਹਾਡੀ ਆਨਸਰ ਵੈਲਿਊ ਜਿਹੜੀ ਹੈ ਉਹ ਆ ਜਾਂਦੀ ਹੈ। ਹੁਣ ਸਾਡਾ ਨੈਕਸਟ ਸਮ ਹੈਗਾ, ਇਹਦੇ ਵਿੱਚ ਹੀ ਉਹ ਹੈ 25 इंटू e⁻⁻4, ठीक है। उस तो बाद नैक्सट हैगा 5 नीचे लिखा है 5⁻³ इंटू 10 इंटू t⁻⁻8, ठीक है। इतने t की वैल्यू जी है वो 0 नहीं है, ठीक है। क्यों नहीं है, क्योंकि नीचे t⁻0 आ जाएगा, तो फिर किसी की 0 की पावर कोई भी होवे तो बच्चों फिर वो आंसर जो 0 होने करके डिफाइन ही नहीं होएगी आंसर। तो इन्हों डिफाइंड फॉर्म के आप लिखना होंगे 5/2 t⁻⁻4, ठीक है। उस तो बाद 5 कितना है -3, ठीक है। 10 ਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ 5 × 2, ओके। ਤੇ t⁻⁻8 ਹੈਗਾ, ओके जी। तो ਹੁਣ ਕੀ ਕਰਾਂਗੇ, ਹੁਣ 5/2 ਇਹ वाली पावर ਨੂੰ ਉੱਪਰ ਲੈ जाओ तो ये प्लस की हो जाएगी, ठीक है। और
एक काम होर करना है, जिहड़ा 5 आ हैगा, ठीक है, इत्थे इत्थे देख सकते हो तुसीं, इहदा कलैक्टिव आंसर जिहड़ा 5⁻² आएगा, तो इहदा मतलब ये -2 जिहड़ी ऊपर गई तां 5⁻² रह जाएगा, ठीक है। तुसीं एक स्टैप होर लिख सकते हो इत्थे, ओके जी। ते अगे हैगा t⁻⁻⁴ ते नीचे आ जाएगा 2, ठीक है, 2 एज इट इज, ते आ जिहड़ी t⁻⁻⁻ ਦੇ 8 ਹਨ, ਇਹ प्लस ਦੇ 8 हो जाएंगे ऊपर जाके, तो ये कितना आ गया 5⁻⁴ डिवाइड बाय t, और t⁻⁴ कितना आ जाएगा, देखो बेस सेम ने, पावर 8-4 कितना 4 आ जाएगी, ठीक है। तो ये आ जाएगा आंसर इहदा 5 × 5 × 5 यानी कि 625 हो गया, पिछे भी हुणी करके हटे, डिवाइड बाय 2 t⁻⁴ जिहड़ा इहदा आंसर होएगा, ठीक है। तो इस तरह ये सम जिहड़ा वो करना सीगा, फटाफट मैं कर दिता, हुण इहनूं तुसीं रिवाइज कर लेना। और हुण रह गए ने विचों लास्ट सम कुछ हैगे ने इहदे, ਉਹ ਅਸੀਂ ਹੁਣ ਦੇਖ ਲੈਂਦੇ ਆ ਉਹ ਕੀ ਹਨ। ਉਹ ਵਿੱਚੋਂ ਸਮ ਹਨ, ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਇੱਕ ਮਿੰਟ ਜਰਾ, ਉਹਦੇ ਵਿੱਚ ਹੈ ਕਿ ਉਹਦੇ ਵਿੱਚ ਤੁਸੀਂ ਐਕਸਪ੍ਰੈਸ ਕਰਨਾ ਹੈਗਾ, 8th ਸਮ ਹੈ ਕਿ 8⁻³ हैगा, ठीक है, इनू 2⁻, ठीक है, 2 यानी कि 2 बेस दे ਦੀ ਟਰਮ ਦੇ ਵਿੱਚ ਇਹਨੂੰ ਐਕਸਪ੍ਰੈਸ ਕਰਨਾ ਹੈਗਾ, ਠੀਕ ਹੈ। तो कितना होगा, देखो ਤੁਹਾਨੂੰ पता है कि 8 ਨੂੰ ਆਪਾਂ ਕਿੱਦਾਂ ਲਿਖ ਸਕਦੇ, 8 ਵਿੱਚੋਂ ਤੁਹਾਨੂੰ पता है 2 × 2 × 2, ठीक है, ਉਹਦੀ ਪਾਵਰ ਫਰਦਰ ਕਿੰਨੀ ਹੈ -3, ਹੁਣ 2⁻³ बन गया है, ठीक है, ऊपर कितना आ गया -3, तो ये दोनों मल्टीप्लाई हो गया, ਇਹਦਾ मतलब 2⁻3 × 3 9, तो आ गया 2⁻9 -3, ठीक है, 2⁻9 ਜਿਹੜਾ ਹੈ ਮਾਈਨਸ ਦੇ ਆ ਜਾਣਗੇ, ਠੀਕ ਹੈ। ਇਹਦਾ ਫਰਸਟ ਪਾਰਟ ਸੀਗਾ, ਸੈਕਿੰਡ ਪਾਰਟ ਇਦਾਂ ਹੀ ਹੈ, ਸੈਕਿੰਡ ਪਾਰਟ ਹੈਗਾ ਕਿ 125 ਦੀ ਪਾਵਰ ਜਿਹੜੀ ਹੈ ਉਹ -4 ਹੈ, ਤੇ ਇਹਨੂੰ 5 ਦੀ ਪਾਵਰ ਦੇ 5 ਬੇਸ ਦੇ ਉੱਪਰ ਪਾਵਰ ਜਿਹੜੀ ਹੈ ਜੋ ਵੀ ਆਏਗੀ ਉਸ ਦੇ ਫਾਰਮ ਦੇ ਵਿੱਚ ਇਹਨੂੰ ਲਿਖਣਾ ਹੈ, ਠੀਕ ਹੈ। तो 125 ਤੁਹਾਨੂੰ ਪਤਾ ਹੈ 5 × 5 = 25, 5 × 125 ਹੁੰਦੇ ਨੇ, ठीक है। तो पावर जी 4 आ गई माइनस की, हुण 5⁻⁴ कितना आ गया 3 माइनस दे 4, तो 5 4 5 20, ठीक है, सॉरी 4 × 12, 5 नहीं 4 × 12, 4 दी 3 ना मल्टीप्लीकेशन, 5⁻12 ਇਹਦਾ आंसर होएगा, ठीक है। सो ਇਹ ਸੀਗੇ ਵਿੱਚੋਂ ਸਮ ਤੁਹਾਡੇ, ठीक है। ਇਹਦੇ ਨਾਲ ਹੀ ਕੁਝ MCQ ਹਨ, ਉਹ ਵੀ ਆਪਾਂ ਫਟਾਫਟ ਕਰ ਲੈਣੇ। तो MCQ ਦੇ ਵਿੱਚ ਫਸਟ MCQ ਜਿਹੜਾ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ ਉਹ ਹੈਗਾ e⁻n, ਤੇ e⁻n ਵਿੱਚ ਮਲਟੀਪਲਾਈ ਦਾ ਸਾਈਨ ਹੋਵੇ ਤਾਂ ਇਹ ਹੁੰਦਾ e⁻m + n, ठीक है। तो ऑप्शन नंबर ਜਿਹੜੇ C ਦਾ ਆਨਸਰ ਹੋਏਗਾ। अगले विच अगेन डिवीजन का साइन है 3⁻7 डिवाइड बाय 3⁻8, तो यह आ जाएगा 7 - 8 यानी कि 3 की पावर -1, मतलब कि 1/3, ठीक है। बी ऑप्शन इसका राइट आंसर होएगा। उस तो बाद किसी की भी पावर 0 होवे तो तुहानूं पता है आंसर हमेशा 1 हुंदा है, तो इसका आंसर कितना आना, ये 5⁻3 है, वो फर्दर पावर 4 है, तो 4 तीए कितने हो गए 12, 5⁻12 हो गया, ओके। अगले विच हैगा कि अगर 5 की पावर 2x - 1 है इक्वल टू 5⁻5 है, तो बेस सेम हैं, जिहड़ियां पावर है इक्वल टू साइन दे होण करके दोनों बैलेंस हो जाएंगियां, ठीक है। तो 1 जिहड़ा है दूसरी साइड गया माइनस का होण करके प्लस में चेंज हो जाएगा, तो बच्चों 2x = 6 आ गया, तो x की वैल्यू 6/2 = 3 होएगी, तो आंसर आएगा, आंसर क्या आएगा थर्ड ऑप्शन, 3 आंसर सेकंड ऑप्शन, ठीक है। सो ये सीगी बच्चों बैक एक्सरसाइज, इहनूं हुण तुसीं सारे बच्चों ने रिवाइज कर लेना। थैंक यू वेरी मच, ठीक है।